ਸਿੱਖ ਸੰਗਤ ਮਹਿ ਜੇਤੀ ਕਰੋਰਾ। ਕਵੀ ਭਾਈ ਸੰਤੋਖ ਸਿੰਘ ਕਹਿੰਦੇ ਮੈਂ ਹੋਰ ਕੀ ਪ੍ਰਸੰਗ ਸੁਣਾਵਾਂ ਤੇ ਕੀ ਗੱਲ ਕਰਾਂ। ਪੱਕੀਆਂ ਸੰਗਤਾਂ ਸੱਚੀਆਂ ਬਾਹਰ ਬੈਠੀਆਂ ਪਛਤਾਉਂਦੀਆਂ ਕਹਿੰਦੇ ਗੁਰੂ ਹੈ ਇੱਥੇ ਹੈ, ਕਿਹੜੇ ਨੂੰ ਮਾੜਾ ਕਹੀਏ ਕਿਹੜੇ ਨੂੰ ਚੰਗਾ ਕਹੀਏ, ਕੀ ਪਤਾ ਕੋਈ ਬਾਈਆਂ 'ਚ ਛੁਪਿਆ ਹੋਵੇ, ਅਜੇ ਪਤਾ ਨਹੀਂ ਨਾ ਗੁਰੂ ਸਾਹਿਬ ਕੌਣ ਨੇ। ਕਹਿੰਦੇ ਕਿਹਦੀ ਨਿੰਦਿਆ ਸੁਣੀਏ ਕਿਹਨੂੰ ਚੰਗਾ ਕਹੀਏ, ਕੁਝ ਵੀ ਸਮਝ ਨਹੀਂ ਆਉਂਦਾ। ਸ੍ਰੀ ਗੁਰ ਤੇਗ ਬਹਾਦਰ ਚੰਦ ਸਦਾ ਲੇਤ ਰਸ ਗਿਆਨਾਨੰਦ। ਹੁਣ ਪੂਰੇ ਸਤਿਗੁਰ ਸਿੱਖਾਂ ਦੇ ਵਿੱਚ ਹੀ ਨੇ। ਆਸੇ ਪਾਸੇ ਤੇ ਬਾਬੇ ਬਕਾਲੇ ਦੇ ਵੱਡੇ ਵੱਡੇ ਤੰਬੂ ਲਾਏ, ਫਲਾਣਾ 1 ਨੰਬਰ ਗੁਰੂ ਜੀ, 2 ਨੰਬਰ ਗੁਰੂ ਜੀ, 3 ਨੰਬਰ ਗੁਰੂ ਜੀ। ਪਰ ਸ਼ੁਕਰ ਕਰੋ 420 ਦਾ ਲੋਗੋ ਨਹੀਂ ਸੀ। ਆਖੋ ਸਤਨਾਮ, ਕੰਮ ਤੇ ਉਹੀ ਸੀ ਸਾਰਿਆਂ ਦੇ। 22 ਗੁਰੂ ਬਣ ਕੇ ਬਾਬੇ ਬਕਾਲੇ ਦੇ ਆਸੇ ਪਾਸੇ ਬੈਠੇ ਪ੍ਰੋਪਰ ਰੋਜ਼ ਪੂਜਾ ਹੁੰਦੀ, ਤਲੀਆਂ ਖੜਕਣ ਆਰਤੀਆਂ ਹੁੰਦੀਆਂ, ਆਈ ਬਾਣੀ ਦੇ ਸ਼ਬਦ ਪੜ੍ਹੀ ਜਾਂਦੇ, ਹੋਰ ਤੇ ਰੁਜ਼ਗਾਰ ਹੀ ਨਹੀਂ ਸੀ ਕੋਈ ਇਹਨਾਂ ਕੋਲੇ। ਸੰਗਤਾਂ ਨੂੰ ਭਰਮਾਉਂਦੇ ਨੇ। ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਨ੍ਹਾਂ ਦਾ ਨਾਮ ਸੀ ਤੇਗ ਮੱਲ, ਉਹ ਇਸੇ ਨਗਰ ਵਿੱਚ ਕਰਦੇ ਕੀ ਹੁੰਦੇ ਸੀ? ਵਾਹਿਗੁਰੂ ਦੀ ਇਬਾਦਤ, ਪਰਮਾਤਮਾ ਦੀ ਬੰਦਗੀ। ਕਹਿੰਦੇ ਚੌਂਪੜਾ ਲਾ ਕੇ ਉਸ ਪਰਮਾਤਮਾ ਦੀ ਯਾਦ ਵਿੱਚ ਜੁੜ ਕੇ ਰਸ ਮਾਣਦੇ ਹਨ। ਨਹੀਂ ਆਪਨ ਪੋ ਕਰਹਿ ਲਖਾਈ, ਘਰ ਅੰਦਰ ਥਿਰ ਰਹੇ ਗੁਸਾਈ। ਬਸ ਆਪਣੇ ਕੱਚੇ ਜਿਹੇ ਕਮਰੇ ਵਿੱਚ ਬੈਠੇ ਰਹਿੰਦੇ, ਜੋ ਭੋਰੇ ਦੀ ਨਿਆਈ ਹੈ, ਬੜਾ ਡੂੰਘਾ ਬਣਿਆ ਹੋਇਆ ਹੈ। ਬਸ ਚੌਂਪੜਾ ਲਾਇਆ, ਆਪਣੇ ਆਨੰਦ ਵਿੱਚ ਬੈਠੇ ਨੇ, ਦੁਨੀਆ ਦੀ ਪਰਵਾਹ ਕੋਈ ਨਹੀਂ, ਸ਼ੋਰ ਵੀ ਸੁਣਦਾ ਹੈ, ਕਲਪ ਦੇ ਲੋਕ ਵੀ ਸੁਣਦੇ ਨੇ। ਬਸ ਇੱਕ ਹੋ ਕਹਿੰਦੇ ਰੱਬਾ ਇਹਨਾਂ ਦਾ ਭਲਾ ਕਰੀ, ਮਾੜਾ ਕਿਹਾ ਹੀ ਨਹੀਂ ਕਿਸੇ, ਆਪਣਾ ਭੇਦ ਨਹੀਂ ਜ਼ਾਹਰ ਕੀਤਾ। ਕਈ ਵਾਰ ਸਿੱਖ ਲੱਭਦੇ ਲੱਭਦੇ ਗੁਰੂ ਸਾਹਿਬ ਦੇ ਘਰ ਵੀ ਆਏ, ਕਹਿੰਦੇ ਜੀ ਇੱਥੇ ਤੁਹਾਨੂੰ ਪਤਾ ਹੋਵੇ ਕੋਈ ਗੁਰੂ ਸਾਹਿਬ ਅਲੋਕ ਬੈਠੇ ਹੋਣ। ਅੱਗੋਂ ਜਵਾਬ ਮਿਲਦਾ ਕਿ ਇੱਥੇ ਤੇ ਕੋਈ ਗੁਰੂ ਨਹੀਂ। ਇਹ ਵੀ ਸੱਚ ਹੈ, ਝੂਠ ਥੋੜਾ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਭਾਵੇਂ ਗੁਰੂ ਹਨ ਪ੍ਰਗਟ ਨਹੀਂ ਹੋਏ ਤੇ ਗੁਰੂ ਨਹੀਂ ਕਹਾ ਰਹੇ, ਉਹ ਸਿੱਖ ਬਣ ਕੇ ਬੈਠੇ ਨੇ। ਸਿੱਖ ਆਉਂਦੇ ਦਰਵਾਜ਼ੇ ਤੋਂ ਮੁੜ ਜਾਂਦੇ ਨੇ, ਗੁਰੂ ਦਾ ਪਤਾ ਕੋਈ ਨਹੀਂ ਲੱਗਦਾ। ਬਾਈਆਂ ਦਾ ਬੋਲ ਬਾਲਾ ਏ, ਮਾਤ ਨਾਨਕੀ ਸਭ ਮਨ ਜਾਣੇ, ਸਿਮਰਤ ਭਰਤਾ ਕੀ ਬਰਬਾਨੀ। ਇੱਕ ਦਿਨ ਮਾਤਾ ਨਾਨਕੀ ਜੀ, ਜੋ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਮਾਤਾ ਜੀ ਨੇ, ਮਾਤਾ ਨਾਨਕੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਧਰਮ ਪਤਨੀ, ਅੱਜ ਉਹ ਇੱਥੇ ਹੀ ਸੀ। ਕਿਉਂਕਿ ਪੁੱਤ ਰੋਜ਼ ਬੰਦਗੀ ਕਰਦਾ ਹੈ, ਮਾਤਾ ਜੀ ਸਿਮਰਨ ਸੁਣਦੇ। ਪਰਿਵਾਰ ਚ 3-4 ਹੀ ਮੈਂਬਰ ਨੇ, ਜਾਂ ਮਾਤਾ ਗੁਜਰ ਕੌਰ, ਜਾਂ ਮਾਤਾ ਨਾਨਕੀ ਜੀ, ਜਾਂ ਸਤਿਗੁਰ ਨੇ। ਇੱਕ ਦਿਨ ਮਾਤਾ ਜੀ ਕੁਦਰਤੀ ਬਾਹਰ ਨਿਕਲੇ, ਵੇਖਿਆ ਕਹਿੰਦੇ ਬੜਾ ਉਸੇ ਪਾਸੇ ਰੌਲਾ ਹੈ, ਬੜੇ ਗੁਰੂਆਂ ਦੇ ਤੰਬੂ ਲੱਗੇ ਹੋਏ, ਲੰਗਰ ਲਾਏ ਥਾਂ ਥਾਂ ਤੇ, ਸੇਵਕ ਫਿਰਦੇ ਨੇ। ਮਨ ਚ ਖਿਆਲ ਆਇਆ ਇਹ ਹੋ ਕੀ ਗਿਆ। ਬਚਨ ਯਾਦ ਆਏ, ਬਾਬੇ ਬਕਾਲੇ ਸਾਹਿਬ ਦੀ ਧਰਤੀ ਤੇ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਨੇ ਇਸ਼ਾਰਾ ਕੀਤਾ, ਗੁਰੂ ਤੇ ਮੇਰੇ ਪੁੱਤਰੇ ਨੇ। ਆਖੋ ਸਤਨਾਮ। ਜਾਣਦੇ ਨਹੀਂ ਨਾ ਸਾਰਾ ਕੁਝ। ਮਾਂ ਦਾ ਜਿਗਰਾ ਵੀ ਵੇਖੋ ਕਿੰਨਾ ਵੱਡਾ ਧੀਰਜ ਹੈ, ਪੁੱਤ ਦੀ ਬੰਦਗੀ ਦਾ ਰੌਲਾ ਨਹੀਂ ਪਾਉਂਦੇ। ਨਹੀਂ ਤੇ ਅੱਜ ਦੇ ਸਮੇਂ 'ਚ ਕਿਸੇ ਮਾਂ ਕੋਲ ਬਹਿ ਕੇ ਵੇਖ ਲਓ, ਹਰ ਮਾਂ ਆਪਣੇ ਪੁੱਤ ਦੀ ਗੁਣ ਗਾਈ ਜਾਂਦੀ, ਭਾਵੇਂ ਲੋਕਾਂ ਨੂੰ ਪੁੱਤਾਂ ਦਾ ਪਤਾ ਹੀ ਹੁੰਦਾ ਹੈ ਵੀ ਕੀ ਕੀ ਬਾਹਰ ਕਿੱਥੇ ਕਿੱਥੇ ਕਰਦਾ ਹੈ, ਕੀ ਹੁੰਦਾ ਇਹਦੇ ਕੋਲ, ਕਿਹੋ ਜਿਹਾ ਸੁਭਾਅ। ਹਰ ਮਾਂ ਕਹੀ ਜਾਏਗੀ ਕੋਈ ਰਿਸ਼ਤੇਦਾਰ ਮੇਰਾ ਪੁੱਤ ਆਏ, ਮੇਰੀ ਧੀ ਆਏ, ਬਾਕੀਆਂ ਦੇ ਅਵਾਰਾ ਹੀ ਨੇ। ਗੁਰਮੁਖੋ, ਬੱਚਿਆਂ ਦੀ ਤਾਰੀਫ ਕਦੇ ਉਹਨਾਂ ਦੇ ਸਾਹਮਣੇ ਨਾ ਕਰੋ। ਜਿੱਦਣ ਕਰਤੀ ਉਦਣੇ ਕਹਿਣੇ ਤੋਂ ਬਾਹਰ ਆਖੋ ਸਤਨਾਮ। ਪੁਰਾਣੇ ਸਮੇਂ ਵਿੱਚ ਲੋਕ ਕਦੇ ਧੀਆਂ ਪੁੱਤਾਂ ਦੀ ਤਾਰੀਫ ਨਹੀਂ ਸੀ ਕਰਦੇ। ਉਹਨਾਂ ਨੂੰ ਪਤਾ ਹੈ ਲੋਕ ਤਾਰੀਫ ਤੁਹਾਡੇ ਕੋਲ ਕਰਨ ਜੀ, ਤੁਹਾਡਾ ਬੱਚਾ ਏਦਾਂ ਹੈ, ਉਹ ਗੱਲ ਬਣਦੀ ਹੈ। ਆਪ ਹੀ ਕਰੀ ਜਾਓ, ਉਹਦਾ ਕੀ ਫਾਇਦਾ, ਵਿਗੜਨਾ ਹੀ। ਉਹਨਾਂ ਨੂੰ ਪਤਾ ਵੀ ਮਾਂ ਬਾਪ ਕੁਝ ਨਹੀਂ ਕਹਿ ਸਕਦੇ, ਇਹਨਾਂ ਸਾਹਮਣੇ ਅਸੀਂ ਗੁੱਡ ਬੁੱਕ ਵਿੱਚ ਬੈਠ ਹੋਣਾ ਹੀ ਨਹੀਂ ਕਦੇ। ਮਾਤਾ ਨਾਨਕੀ ਜੀ ਆਪਣੇ ਸੁਪੁੱਤਰ ਨੂੰ ਜਾਇਜ਼ ਤੇ ਯੋਗ ਜਾਣਦੇ ਨੇ, ਪਰ ਕਦੇ ਰੌਲਾ ਪਾਉਂਦੇ ਨਹੀਂ। ਸੋ ਅਬ ਸਮਾਂ ਪਹੁੰਚਿਓ ਆਈ, ਮਮ ਸੁਤ ਕੋ ਹੋਏ ਹੈ ਗੁਰਿਆਈ। ਅੱਜ ਯਾਦ ਕਰਦੇ ਨੇ, ਇੱਕ ਸਮਾਂ ਸੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਭੋਜਨ ਛਕਦੇ ਸੀ, ਮਾਤਾ ਨਾਨਕੀ ਜੀ ਨੇ ਕੰਮ ਕੀਤਾ, ਸਤਿਗੁਰ ਜੀ ਪਤੀ ਪਰਮਾਤਮਾ ਹੋ ਤੁਸੀਂ ਮੇਰੇ। ਵੇਖੋ ਤੁਸੀਂ ਆਪਣੇ ਪੋਤਰੇ ਨੂੰ ਗੁਰਤਾ ਗੱਦੀ ਦੇ ਰਹੇ ਹੋ, ਪੁੱਤ ਤੁਹਾਡੇ ਨੂੰ ਕੁਝ ਵੀ ਨਹੀਂ ਮਿਲਿਆ। ਵਿਰਾਗੀ ਰਹਿੰਦੇ, ਤਿਆਗੀ ਰਹਿੰਦੇ। ਤੁਸੀਂ ਪਿਛਲੇ ਜੰਗਾਂ 'ਚ ਵੀ ਸੁਣਿਆ ਹੋਣਾ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸਭ ਵਿੱਚ ਹੁੰਦਿਆਂ ਹੋਇਆਂ ਬਸ ਏਦਾਂ ਬਹਿੰਦੇ ਸੀ ਜਿਵੇਂ ਕੋਈ ਜਾਣਦਾ ਹੀ ਨਹੀਂ ਹੁੰਦਾ, ਅਣਜਾਣ ਬਣ ਕੇ ਰਹਿੰਦੇ ਸੀ। ਬੰਦਗੀ ਸੀ ਨਾ ਕੋਲੇ, ਪੱਲੇ ਸਭ ਕੁਝ ਸੀ। ਤੇ ਉਸ ਦਿਨ ਬੈਠੇ ਬੈਠੇ ਮਿੰਨਤਾਂ ਕਰਨ ਲੱਗ ਪਏ, ਬੇਨਤੀਆਂ ਕਰਦੇ ਬਾਰ-ਬਾਰ।
ਗੁਰੂ ਹਰਗੋਬਿੰਦ ਪਾਤਸ਼ਾਹ ਸਭ ਕੁਝ ਜਾਣਦੇ ਸੀ। ਭੋਜਨ ਛਕਿਆ, ਹੱਥ ਸੁੱਕੇ ਕੀਤੇ, ਵਾਸ਼ ਕਰਨ ਤੋਂ ਬਾਅਦ, ਧੋਣ ਤੋਂ ਬਾਅਦ ਉਹ ਜਿਹੜਾ ਰੁਮਾਲ ਸੀ ਥੱਲੇ ਜਿਹਾ ਸੁੱਟ ਦਿੱਤਾ। ਕਹਿੰਦੇ ਗੁਰਤਾ ਗੱਦੀ ਆਏਗੀ, ਗੁਰੂ ਭਾਰੇ ਹੋਣਗੇ ਪਰ ਹਿੰਦ ਦੇ ਰਖਵਾਲੇ ਹੋਣਗੇ। ਆਖੋ ਸਤਨਾਮ। ਬੜੇ ਦੁੱਖ ਉਹ ਆਪਣੇ ਤਨ ਤੇ ਝੱਲ ਕੇ ਵਿਖਾਉਣਗੇ। ਮਾਤਾ ਨਾਨਕੀ ਜੀ ਨੂੰ ਉਹ ਬਚਨ ਯਾਦ ਆਏ ਵੀ ਸਤਿਗੁਰਾਂ ਨੇ ਇਸ਼ਾਰਾ ਕੀਤਾ ਸੀ ਇੱਕ ਦਿਨ ਗੱਦੀ ਤੁਹਾਡੇ ਘਰ ਵੀ ਆਏਗੀ, ਤੁਹਾਡੇ ਪੁੱਤਰ ਵੀ ਭਾਰੇ ਗੁਰੂ ਬਣਨਗੇ। ਘਰ ਅੰਤਰ ਬੈਠੇ ਨਿਭ ਰਹੇ, ਬਿਦ ਤਨ ਹੇਤ ਪੁੱਤਰ ਕੋ ਪ੍ਰੇਰ ਹੈ। ਪਰ ਮਾਤਾ ਜੀ ਕਦੇ ਕਦੇ ਆ ਕੇ ਕੋਲ ਮੱਥਾ ਟੇਕ ਕੇ ਸਤਿਗੁਰਾਂ ਨੂੰ ਬੇਨਤੀ ਕਰਦੇ, ਮਹਾਰਾਜ ਮੇਰੀ ਬੇਨਤੀ ਤੁਹਾਨੂੰ ਹੈ। ਉਹਨਾਂ ਨੂੰ ਪਤਾ ਸੀ ਗੁਰੂ ਦੇ ਹੀ ਨੇ, ਇਸ ਕਰਕੇ ਮਹਾਰਾਜ ਸ਼ਬਦ ਵਰਤਦੇ, ਮਹਾਰਾਜ ਸੱਚੇ ਪਾਤਸ਼ਾਹ ਆਪ ਪ੍ਰਗਟ ਕਿਉਂ ਨਹੀਂ ਹੁੰਦੇ? ਵੇਖੋ ਸੰਗਤਾਂ ਕਿੱਦਾਂ ਖੱਜਲ ਖੁਆਰ ਹੋ ਰਹੀਆਂ ਨੇ, ਬਾਈਆਂ ਨੇ ਆਪਣਾ ਕੰਮ ਚਲਾਇਆ ਹੋਇਆ। ਅੱਗੋਂ ਹੱਸ ਕੇ ਕਹਿੰਦੇ ਮਾਤਾ ਬਾਈਆਂ ਦੇ ਵੀ ਕਰਮ ਕੀਤੇ ਨੇ, ਜਿਨ੍ਹਾਂ ਨੂੰ ਦਿੱਤਾ ਉਹਨਾਂ ਤੋਂ ਲੈਣਾ ਵੀ ਤੇ ਹੈ। ਆਖੋ ਸਤਨਾਮ। ਲੁੱਟ ਲੈਣ ਦਿਓ, ਕੋਈ ਫਰਕ ਨਹੀਂ, ਕਿਉਂਕਿ ਸੱਚਾ ਬੰਦਾ ਕਦੇ ਝੂਠ ਦੀ ਦੁਕਾਨ ਤੇ ਨਹੀਂ ਜਾਂਦਾ। ਜਿਹੜਾ ਚਲਿਆ ਗਿਆ ਸੱਚਾ ਥੋੜੀ ਹੈ, ਕਿਸੇ 'ਚ ਕੀ ਕਸੂਰ ਕੱਢੇਗਾ? ਆਪ ਕੋਈ ਗੁਰੂ ਬਣਾਈ ਫਿਰਦਾ, ਕਿਸੇ ਨੂੰ ਕੱਲ੍ਹ ਵਾਰ ਕੇ ਸਾਡੇ ਗੁਰੂ ਦੀ ਇਹ ਕਰਤੂਤ ਨਿਕਲੀ ਮੈਂ ਛੱਡਣ ਲੱਗੀ ਹੈ, ਕਿਸੇ ਦਾ ਕੀ ਕਸੂਰ ਹੈ? ਜੋ ਤੈਨੂੰ ਚੰਗਾ ਲੱਗਦਾ ਸੀ ਤੂੰ ਕਰੀ ਚੱਲ। ਮਾਤਾ ਜੀ ਨੇ ਰੋਜ਼ ਬੇਨਤੀ ਕਰਨੀ, ਮਾਂ ਜੀ ਤੁਸੀਂ ਪ੍ਰਗਟ ਹੋ ਜਾਓ। ਕਹਿੰਦੇ ਨਾ ਮਾਂ, ਇਹ ਕੰਮ ਨਾ ਕਹੋ। ਜਿਸ ਅਵਸਥਾ ਵਿੱਚ ਅਸੀਂ ਬੈਠੇ ਆ, ਜਿਸ ਆਨੰਦ ਵਿੱਚ, ਉਹ ਆਨੰਦ ਭੰਗ ਹੋ ਜਾਏਗਾ। ਪਰ ਸੋਡੀਆਂ ਕੀ ਭਿਖ ਗਾਥਾ, ਕਹੇ ਬਹੁ ਬਾਰ ਆਤਮ ਜਗ ਸਾਥਾ। ਮਾਤਾ ਜੀ ਰੋਜ਼ ਕਹਿੰਦੇ ਆਪਣੇ ਪੁੱਤ ਨੂੰ ਕੋਲ ਬਹਿ ਕੇ, ਬੇਟਾ ਜਿਨ੍ਹਾਂ ਦੇ ਕੋਲ ਕੱਖ ਨਹੀਂ ਉਹ ਕਿੱਡੇ ਕਾਮਯਾਬ ਹੋ ਗਏ, ਉਹ ਗੁਰੂ ਬੜੇ ਬੈਠੇ, ਤੇ ਤੁਸੀਂ ਸਭ ਕੁਝ ਹੁੰਦਿਆਂ ਹੋਇਆਂ ਬਚਨ ਵੀ ਤੁਹਾਨੂੰ ਹੋਏ, ਇਸ਼ਾਰਾ ਵੀ ਤੁਹਾਡੀ ਤਰਫ, ਤੁਸੀਂ ਬੋਲਦੇ ਤੱਕ ਨਹੀਂ। ਬਾਹਰ ਨਿਕਲੋ, ਮਿਲੋ ਸਿੱਖਾਂ ਨੂੰ ਜਾ ਕੇ। ਤੁਸੀਂ ਇੱਕ ਦਿਨ ਮਿਲੋਗੇ, ਪਤਾ ਲੱਗ ਜਾਣਾ ਵੀ ਗੁਰੂ ਸਾਹਿਬ ਇਹ ਨੇ। ਸਤਿਗੁਰ ਟਾਲ ਦਿੰਦੇ ਨੇ, ਮਾਤਾ ਛੱਡ ਦੁਨੀਆ ਦਾ ਖੇਡ, ਕੀ ਲੈਣਾ ਹੈ ਆਪਾਂ ਨੇ? ਰੱਬ ਦੇ ਨਾਮ ਸਿਮਰਨ ਵਿੱਚ ਜਿਹੜਾ ਆਨੰਦ ਹੈ ਨਾ, ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈਐ। ਜਿਹੜਾ ਸੁਖ ਪ੍ਰਮਾਤਮਾ ਦੀ ਸੇਵਾ, ਉਹਦੀ ਭਗਤੀ ਦੇ ਵਿੱਚ ਆ, ਉਹ ਰਾਜ ਭਾਗ ਚ ਨਹੀਂ। ਗੁਰੂ ਤੇਗ ਬਹਾਦਰ ਪਾਤਸ਼ਾਹ ਰੋਜ਼ ਟਾਲਿਆ ਕਰ। ਮਾਤਾ ਜੀ ਨੇ ਤਾਂ ਬੇਨਤੀ ਕਰਦੇ ਨੇ, ਗਾਦੀ ਕੇ ਮਾਲਕ ਤੁਮ ਬਨ ਹੋ, ਅਰੋਰਾ ਪਰਿਓ ਸਰਬ ਕੋ ਹਨ ਹੋ। ਵੇਖੋ ਜੀ ਗੁਰਤਾ ਗੱਦੀ ਦੇ ਮਾਲਕ ਤੇ ਤੁਸੀਂ ਹੋ, ਕਿਉਂਕਿ ਬਾਬਾ ਜੀ ਤੁਸੀਂ ਲੱਗਦੇ ਹੋ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦੇ, ਤੁਸੀਂ ਲੱਗ ਰਹੇ ਹੋ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪੁੱਤਰ ਹੋ, ਬਾਬਾ ਗੁਰਦਿੱਤਾ ਜੀ ਦੇ ਭਰਾ ਹੋ, ਤੇ ਬਾਬੇ ਕੋਲ ਗੱਦੀ ਆਈ ਹੈ ਤੇ ਬਚਨ ਵੀ ਤੁਹਾਡੇ ਪੱਖ 'ਚ ਹੱਕ 'ਚ ਹੋਏ ਨੇ, ਤੁਸੀਂ ਕਿਉਂ ਨਹੀਂ ਬਣਦੇ? ਤੇ ਤੁਹਾਡੀ ਇਮਾਨਤ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਰੋਜ਼ ਕਿਹਾ ਕਰਨ, ਮਾਤਾ ਇਹ ਭਾਰ ਸਾਡੇ ਤੋਂ ਚੱਲ ਨਹੀਂ ਹੁੰਦਾ। ਗੁਰਤਾ ਗੱਦੀ ਤੇ ਬੈਠ ਕੇ ਦੁਨੀਆ ਨੂੰ ਸੱਚ ਨਾਲ ਜੋੜ ਦੇਣਾ, ਪਰਮਾਤਮਾ ਨਾਲ ਮਿਲਾਉਣਾ ਬਹੁਤ ਵੱਡੀ ਸੇਵਾ ਹੈ। ਅਸੀਂ ਅਜੇ ਆਪਣੇ ਆਨੰਦ ਵਿੱਚ ਜਿਹੜਾ ਮੱਥਾ ਟਿਕਾਉਂਦਾ ਟਿਕਾਈ ਜਾਣਦੇ। ਕਦੇ ਕਦੇ ਮਾਤਾ ਨਾਨਕੀ ਜੀ ਨੇ ਆਪਣੀ ਨੂੰਹ ਨੂੰ ਕਹਿਣਾ, ਜਿਨ੍ਹਾਂ ਦਾ ਨਾਮ ਸੀ ਗੁਜਰੀ ਜੀ, ਕਹਿਣਾ ਪੁੱਤ ਤੂੰ ਸਮਝਾ ਲਾ, ਤੂੰ ਕਹਿ ਦੇ। ਉਹਨਾਂ ਕਹਿਣਾ ਨਹੀਂ ਜੀ, ਮੇਰੇ ਪਤੀ ਪਰਮਾਤਮਾ ਜਿਸ ਆਨੰਦ ਵਿੱਚ ਖੁਸ਼ ਨੇ ਉਸੇ ਆਨੰਦ 'ਚ ਹੀ ਰਹਿਣ ਦਿਓ। ਆਖੋ ਸਤਨਾਮ। ਕਦੇ ਨਹੀਂ ਕਿਹਾ ਵੀ ਇਹ ਗੁਰੂ ਮਨ ਮੱਥਾ ਟਿਕਾਉਣ ਤੇ ਸਾਡਾ ਸਨਮਾਨ ਸਤਿਕਾਰ ਹੋਵੇ। ਜਿੰਨੀ ਭਗਤੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਆ, ਉਨੀ ਹੀ ਭਗਤੀ ਮਾਤਾ ਗੁਜਰ ਕੌਰ ਜੀ ਦੀ ਹੈ। ਨਾਲ ਬੰਦਗੀ ਕਰਦੇ ਸੀ ਬਹਿ ਕੇ, ਹਰ ਵੇਲੇ ਸੇਵਾ 'ਚ ਰਹਿਣਾ। 25-26 ਸਾਲ ਹੋ ਗਏ ਗੁਰੂ ਤੇਗ ਬਹਾਦਰ ਪਾਤਸ਼ਾਹ ਭੋਰੇ 'ਚ ਬੈਠੇ ਨੇ, ਕਦੇ ਰੌਲਾ ਨਹੀਂ ਪਿਆ, ਕਿਸੇ ਨੂੰ ਮੰਦਾ ਬੋਲ ਨਹੀਂ ਬੋਲਿਆ। ਸੁਨ ਸ਼੍ਰੀ ਤੇਗ ਬਹਾਦਰ ਸ਼ਰੋਨ, ਇੱਕ ਰਸ ਥਿਰੇ ਧਰੇ ਮੁਖ ਮੌਨ। ਰੋਜ਼ ਮਾਤਾ ਜੀ ਨੇ ਬੇਨਤੀ ਕਰਨੀ, ਸਤਿਗੁਰ ਸੁਣ ਕੇ ਹੱਸ ਪੈਂਦੇ, ਗੱਲ ਟਾਲ ਦਿੰਦੇ ਨੇ, ਛਪਾਉਂਦੇ ਨਹੀਂ ਨਾ ਆਪਣਾ ਆਪ। ਉਹੀ ਗੁਣ ਨੇ ਜੋ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਦੇ ਵਿੱਚ ਸੀ, ਗੁਣ ਉਹੀ ਨੇ ਜੋ ਗੁਰੂ ਹਰਿ ਸਾਹਿਬ ਦੀਆਂ ਵਿੱਚ ਸੀ। ਸਭ ਕੁਝ ਹੁੰਦਿਆਂ ਛਪਾ ਲੈਂਦੇ ਸੀ। ਪਰ ਮਾਤਾ ਜੀ ਨੂੰ ਕਿਹਾ ਸੀ, ਮਾਤਾ ਜੀ ਸਾਡਾ ਭੇਦ ਚਾਰ ਦੀਵਾਰੀ ਤੋਂ ਬਾਹਰ ਨਾ ਦੇ ਦਿਓ, ਰੌਲਾ ਪੈ ਜਾਊਗਾ। ਆਖੋ ਸਤਨਾਮ। ਰੌਲਾ ਪੈ ਜਾਊਗਾ, ਇਹ ਗੱਲ ਗੁਪਤ ਰੱਖੋ। ਆਗੇ ਕਥਾ ਕਹੋ ਇਨ ਕੇਰੀ, ਜਿਮ ਬਿਦਤੇ ਹੈ ਪਿਖ ਪ੍ਰੀਤ ਕਨੇਰੀ। ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ, ਮਾਤਾ ਨਾਨਕੀ ਜੀ ਨਿਤ ਕਿਹਾ ਕਰਨ, ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਰੋਜ਼ ਟਾਲਦੇ ਨੇ, ਰੋਜ਼। ਕਹਿੰਦੇ ਮਾਤਾ ਜੀ ਸਮਾਂ ਨਹੀਂ ਆਇਆ, ਸਮਾਂ। ਸਮੇਂ ਤੋਂ ਪਹਿਲਾਂ ਬੰਦਾ ਕੋਈ ਵੀ ਕੰਮ ਨਹੀਂ ਕਰ ਸਕਦਾ, ਅਗਰ ਕਰ ਵੀ ਲਏ ਤਾਂ ਨੁਕਸਾਨਦਾਇਕ ਹੁੰਦਾ। ਹਰ ਚੀਜ਼ ਦਾ ਵਕਤ ਹੁੰਦਾ ਹੈ।
ਹੁਣ ਮਹਾਰਾਜ ਕੀ ਕਰਦੇ ਨੇ, ਕਦੇ ਕਦਾਈ ਘੋੜੇ ਤੇ ਸਵਾਰ ਹੋ ਕੇ ਪੁਰਾਣੇ ਜਿਹੇ ਕੱਪੜੇ ਪਾ ਕੇ ਬਾਬਾ ਬਕਾਲਾ ਸਾਹਿਬ ਦੇ ਆਸੇ ਪਾਸੇ ਗੇੜਾ ਲਾਇਆ, ਉਹਨੇ ਸਿੱਖ ਵੀ ਮਿਲਦੇ ਨੇ, ਪਤਾ ਹੀ ਨਹੀਂ ਹੈ ਵੀ ਇਹ ਗੁਰੂ ਹੋਣਗੇ, ਕਿਉਂਕਿ ਲੱਗਦੇ ਨਹੀਂ ਨਾ, ਤਨ ਬੜਾ ਕਮਜ਼ੋਰ ਜਿਹਾ, ਇਹ ਪੱਲ ਕੀ ਕਰਦੇ ਨੇ, ਖੁਰਾਕ ਹੈ ਹੀ ਕੋਈ ਨਹੀਂ, ਕੋਈ ਫੁਲਕਾ ਛਕਣਾ 24 ਘੰਟਿਆਂ ਚ, ਆਨੰਦ ਵਿੱਚ ਰਹਿੰਦੇ ਨੇ, ਸੈਰ ਕਰਕੇ ਆਉਣਾ, ਸੰਗਤਾਂ ਦੇ ਦਰਸ਼ਨ ਕਰਕੇ ਆ ਕੇ ਫੇਰ ਚੌਂਕੜਾ ਲਾ ਕੇ ਬਹਿ ਜਾਣਾ। ਹੁਣ ਪੂਰਾ ਗੁਰੂ ਵਿੱਚ ਵਿਚਰਦਾ, ਉਹਦੀ ਖਬਰ ਕਿਸੇ ਨੂੰ ਨਹੀਂ, ਰੱਬ ਕੋਲੇ ਫਿਰਦਾ ਹੈ। ਜਿਹੜੇ ਰੱਬ ਨਹੀਂ ਸੀ, ਪਖੰਡੀ ਸੀ, ਉਹਨਾਂ ਕੋਲ ਭੀੜਾ ਹੀ ਭੀੜਾ ਸੀ, ਆਖੋ ਸਤਨਾਮ। ਉੱਥੇ ਧੱਕੇ ਪੈਂਦੇ ਦਰਸ਼ਨਾਂ ਵਾਸਤੇ, ਪਰਖਣ ਵਾਲੇ ਵੀ ਫਿਰਦੇ ਨੇ, ਕਸਵੱਟੀਆਂ ਲਾਉਣ ਵਾਲੇ ਵੀ, ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਨ੍ਹਾਂ ਦਾ ਨਾਮ ਤੇਗ ਹੈ, ਮਾਤਾ ਦੀ ਤੇਗਾ ਕਹਿ ਕੇ ਬੁਲਾਉਂਦੇ ਸੀ, ਪਿਆਰ ਦਾ ਨਾਮ। ਰੋਜ਼ ਕਹਿ ਦੇਣਾ ਪੁੱਤ ਕੁਛ ਕਰ ਲਓ, ਕਹਿੰਦੇ ਨਹੀਂ ਮਾਤਾ, ਰੱਬ ਦੀ ਬੰਦਗੀ ਤੋਂ ਵੱਡਾ ਹੋਰ ਕੀ ਹੋ ਸਕਦਾ, ਮਨੁੱਖਾ ਜਨਮ ਕਾਹਦੇ ਲਈ ਮਿਲਿਆ, ਭਈ ਪ੍ਰਾਪਤ ਮਾਨੁਖ ਦੇ ਹੋਈ ਆ, ਗੋਬਿੰਦ ਮਿਲਣ ਕੀ ਇਹ ਤੇਰੀ ਬੜੀ ਵਾਰੀ ਆ। ਬਰੀਆ ਦਾ ਅਰਥ ਹੈ ਵਾਰੀ, ਪਰਮਾਤਮਾ ਨੂੰ ਮਿਲਣ ਦੀ ਵਾਰੀ ਸਿਰਫ 84 ਲੱਖ ਜੂਨਾਂ ਤੋਂ ਬਾਅਦ ਇੱਕ ਮਨੁੱਖਾ ਜਨਮ ਕੋਲੇ ਹੈ। ਇਸ ਜਨਮ ਵਿੱਚ ਰਹਿ ਕੇ ਸਿਰਫ ਨਾਮ ਜਪਣਾ ਹੈ, ਸਾਡੀ ਭੁੱਖ ਨਹੀਂ ਮਿਟਦੀ। ਜਿੰਨੇ ਜਾਨਵਰ ਨੇ ਢਿੱਡ ਸਭ ਦੇ ਲੱਗਿਆ ਨਾ, ਡਾਲਰ ਕੋਈ ਜਾਨਵਰ ਨਹੀਂ ਕਮਾਉਂਦਾ, ਕੋਇਨ ਸਿੱਕੇ ਕਰੰਸੀ ਕੋਈ ਨਹੀਂ ਕਮਾਉਂਦਾ, ਯੂਰੋ ਕਿਸੇ ਕੋਲ ਨਹੀਂ ਹੈ, ਕਿਸੇ ਕੋਲ ਜਾ ਕਹਿ ਦਿਓ ਕਿਸੇ ਦੇ ਡੌਗੀ ਘਰੇ ਰੱਖਿਆ ਉਹ ਇੰਨੇ ਡਾਲਰ ਕਮਾਉਂਦਾ ਹੈ, ਨਹੀਂ ਨਹੀਂ। ਗੁਰਮਖੋ, ਜਿਨ੍ਹਾਂ ਨੇ ਮਾਇਆ ਨਹੀਂ ਕਮਾਈ ਉਹ ਸੰਤੋਖੀ ਨੇ, ਜਿੰਨਾ ਮਿਲ ਗਿਆ ਖੁਸ਼ ਨੇ। ਬੰਦਾ ਅਰਬਾਂ ਕਰੋੜਾਂ ਡਾਲਰ ਕਮਾ ਕੇ ਵੀ ਫੇਰ ਵੀ ਕਹਿੰਦਾ ਹਾਏ ਮਰ ਗਿਆ, ਇਹਦੀ ਭੁੱਖ ਫੇਰ ਵੀ ਨਾ ਪੂਰੀ ਹੋਈ, ਆਖੋ ਸਤਨਾਮ। ਸਾਰੀ ਦੁਨੀਆ ਲੁੱਟ ਕੇ ਮਾਇਆ ਕਮਾ ਕੇ ਬੁਢਾਪੇ ਚ ਵੀ ਆ ਕੇ ਕਹਿੰਦਾ ਇੱਥੋਂ ਵੀ ਮਿਲ ਜਾਣਾ, ਉੱਥੋਂ ਵੀ ਮਿਲ ਜਾਣਾ, ਲਾਲਚ ਨਹੀਂ ਨਾ ਗਿਆ। ਪਸ਼ੂਆਂ ਦੇ ਕੋਲ ਵੀ ਪੇਟ ਹੈ, ਪੇਟ ਸਾਡੇ ਕੋਲ ਵੀ ਹੈ, ਉਹਨਾਂ ਦਾ ਪੇਟ ਘਾਹ ਖਾ ਕੇ ਭਰ ਗਿਆ, ਅਸੀਂ ਦੁਨੀਆ ਲੁੱਟ ਕੇ ਵੀ ਨਹੀਂ ਭਰ ਸਕੇ, ਲਾਲਚ ਆਉਂਦਾ ਹੈ। ਪਰ ਇਹ ਜਨਮ ਮਾਇਆ ਕਮਾਉਣ ਵਾਸਤੇ ਨਹੀਂ ਸੀ ਮਿਲਿਆ, ਮਾਇਆ ਤੇ ਗੁਜਰਾਨ ਹੈ, ਚੱਲਦਾ ਰਹਿੰਦਾ ਹੈ, ਇਹਦੇ ਬਾਰੇ ਨਹੀਂ ਸੋਚੀਦਾ ਬਹੁਤਾ। ਇਹ ਜਨਮ ਮਿਲਿਆ ਬੰਦਗੀ ਵਾਸਤੇ, ਸੇਵਾ ਲਈ, ਸਿਮਰਨ ਲਈ, ਉਹ ਅਸੀਂ ਨਹੀਂ ਕੀਤਾ। ਖਾਲੀ ਗੁਰੂ ਤੇਗ ਬਹਾਦਰ ਪਾਤਸ਼ਾਹ ਇੰਨਾ ਵਚਨ ਕਹਿ ਕੇ ਮਾਤਾ ਜੀ ਨੂੰ ਚੁੱਪ ਕਰਵਾ ਦਿੰਦੇ ਨੇ। ਅਸਮ ਰਾਸ ਅਬ ਪੂਰਨ ਕੀਨਾ, ਸਤਿਗੁਰ ਚਰਨ ਕਮਲ ਚਿਤ ਦੀਨਾ। ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਇੱਥੋਂ ਤੱਕ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਜੀਵਨ ਕਥਾ ਦਾ ਆਗਾਜ਼ ਸੀ, ਤੇ ਇਸ ਕਥਾ ਦੇ ਨਾਲ ਅੱਜ ਵੱਡੇ ਭਾਗ ਆਪ ਸੰਗਤਾਂ ਦੇ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ 10ਵੀਂ ਰਾਸ ਸਮਾਪਤ ਹੋ ਗਈ। 10ਵੀਂ ਰਾਸ, ਕਿਉਂਕਿ ਇਸ ਗ੍ਰੰਥ ਵਿੱਚ 14 ਰਾਸਾਂ, 12 ਰਾਸਾਂ ਤੇ 5 ਰੁੱਤਾਂ ਨੇ, ਤੇ ਅੱਜ 10ਵੀਂ ਰਾਸ ਦੀ ਸਮਾਪਤੀ ਹੈ। 11ਵੀਂ ਰਾਸ ਦੀ ਆਰੰਭਤਾ ਕਵੀ ਕਹਿੰਦੇ ਕੱਲ ਹੋਏਗੀ। ਅਗਲੇ ਪ੍ਰਸੰਗਾਂ ਦੇ ਵਿੱਚ, ਜਿਨ੍ਹਾਂ ਪ੍ਰਸੰਗਾਂ ਦੇ ਵਿੱਚ ਕਹਿੰਦੇ ਮੈਂ ਗੁਰੂ ਦੀ ਕਿਰਪਾ ਸਦਕਾ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਪ੍ਰਗਟ ਕਰਨਾ, ਆਖੋ ਸਤਨਾਮ। 11ਵੀਂ ਰਾਸ ਦੇ ਵਿੱਚ ਆ ਤੁਸੀਂ ਸੋਚੋਗੇ ਰਾਸ ਕੀ ਹੁੰਦੀ ਹੈ। ਜਦੋਂ ਵੀ ਸੰਗਰਾਂਦ ਦਾ ਦਿਨ ਆਉਂਦਾ, ਸੂਰਜ ਇੱਕ ਰਾਸ ਵਿੱਚੋਂ ਨਿਕਲ ਕੇ ਦੂਜੀ ਚ ਪ੍ਰਵੇਸ਼ ਕਰਦਾ ਹੈ ਤੇ ਮੌਸਮ ਬਦਲ ਜਾਂਦਾ ਹੈ, ਦਿਨ ਬਦਲ ਜਾਂਦਾ ਹੈ। ਇਸ ਕਥਾ ਦੇ ਵਿੱਚ ਹੁਣ ਮੌਸਮ ਬਦਲਣਾ ਹੈ। ਪਹਿਲਾਂ ਪ੍ਰਸੰਗ ਸੀ ਛੋਟੇ, ਹੁਣ ਪ੍ਰਸੰਗ ਆਉਣਗੇ ਵੱਡੇ। ਜਿੰਨਾ ਵੱਡਿਆਂ ਪ੍ਰਸੰਗਾਂ ਵਿੱਚ ਵੱਡੇ ਗੁਰੂਆਂ ਦਾ ਭਾਰੀ ਜਸ ਹੋਏਗਾ, ਆਖੋ ਸਤਨਾਮ। ਜਿਵੇਂ ਸੂਰਜ ਦੀਆਂ ਰਾਸਾਂ ਤੇ ਉੱਤਾਂ ਨੇ, ਇਸ ਗ੍ਰੰਥ ਦਾ ਨਾਂ ਹੀ ਸੂਰਜ ਪ੍ਰਕਾਸ਼ ਹੈ। ਹੁਣ ਉਸੇ ਤਰ੍ਹਾਂ ਹੀ ਚੱਲੀ ਜਾਂਦਾ ਵਿਧਾਨ ਜਿਵੇਂ ਸੂਰਜ ਚੱਲਦਾ ਹੈ। ਗੁਰਮੁਖੋ, 11ਵੀਂ ਰਾਸ ਦੀ ਆਰੰਭਤਾ ਕੱਲ ਦੇ ਦੀਵਾਨਾਂ ਵਿੱਚ ਹੋਏਗੀ, ਤੇ ਕਿਵੇਂ ਕਿਵੇਂ ਸਤਿਗੁਰਾਂ ਨੂੰ ਪ੍ਰਗਟ ਕਰਨਾ ਹੈ, ਕਿਹਨੇ ਕਰਨਾ ਹੈ, ਕਿਵੇਂ ਕਰਨਾ ਹੈ, ਨਰੋਲ ਇਤਿਹਾਸ ਜੋ ਸੱਚਾ ਸੁੱਚਾ ਹੈ, ਮਸਾਲਿਆਂ ਤੋਂ ਰਹਿਤ, ਗੱਲਾਂ ਤੋਂ ਰਹਿਤ, ਜਿਵੇਂ ਕਵੀ ਵੀ ਪੇਸ਼ ਕਰਨਗੇ ਆਉਣ ਵਾਲੇ ਸਮੇਂ 'ਚ ਆਪਾਂ ਸਰਵਣ ਕਰਨਾ ਹੈ। ਹੁਣ ਮਾਤਾ ਜੀ ਤੇ ਰੋਜ਼ ਬੇਨਤੀਆਂ ਕਰਦੇ ਨੇ, ਪਰ ਸਤਿਗੁਰ ਨਹੀਂ ਸੁਣਦੇ, ਨਹੀਂ ਮੰਨਦੇ। ਉਹਨਾਂ ਨੂੰ ਪਤਾ ਹੈ ਕਦੋਂ ਕਿੱਥੇ ਕੀ ਹੋਣਾ, ਆਖੋ ਸਤਨਾਮ। ਉਹ ਸਭ ਕੁਝ ਜਾਣਦੇ ਨੇ, ਪਰ ਅਜੇ ਤੱਕ ਆਪਣਾ ਆਪ ਅਲੋਪ ਕਰਕੇ, ਆਪਣਾ ਆਪ ਛੁਪਾ ਕੇ। ਦੇਖੋ ਜੀ, ਜਿਹਦੇ ਪੱਲੇ ਬੰਦਗੀ ਉਹ ਛੁਪ ਕੇ ਰਹਿੰਦਾ ਹੁੰਦਾ ਹੈ, ਜਿਹਦੇ ਕੋਲ ਨਹੀਂ ਹੁੰਦੀ ਨਾ, ਉਹ ਹੱਥ 'ਚ 4-4 ਮਾਲਾ ਪਾ ਕੇ ਦਿਖਾਉਂਦਾ ਵੀ ਮੇਰੇ ਜਿੰਨਾ ਸਿਮਰਨ ਨਹੀਂ ਕਿਸੇ ਦਾ ਨਹੀਂ, ਆਖੋ ਸਤਨਾਮ। ਦਿਖਾਵੇ ਵਾਲਿਆਂ ਦੇ ਪੱਲੇ ਬੰਦਗੀ ਨਹੀਂ, ਬੰਦਗੀ ਵਾਲਿਆਂ ਦੇ ਪੱਲੇ ਦਿਖਾਵਾ ਨਹੀਂ। ਦੋ ਗੱਲਾਂ ਯਾਦ ਰੱਖਿਓ ਹਮੇਸ਼ਾ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕੋਲ ਤਤ ਗਿਆਨ ਸਿਮਰਨ ਬੰਦਗੀ ਹੈ, ਪਰ ਦਿਖਾਵਾ ਨਹੀਂ, ਛੁਪੇ ਹੋਏ ਨੇ। ਪਰ ਜਿਹਦੇ ਕੋਲ ਬੰਦਗੀ ਹੋਵੇ ਨਾ, ਜਿੰਨਾ ਮਰਜ਼ੀ ਛੁਪਾਈ ਜਾਏ, ਇੱਕ ਦਿਨ ਪ੍ਰਗਟ ਹੋ ਹੀ ਜਾਂਦੇ, ਹੋ ਜਾਂਦੇ ਨੇ। ਜਿਹੜਾ ਦਿਖਾਵਾ ਕਰਦਾ ਇੱਕ ਦਿਨ ਡੁੱਬ ਜਾਂਦੇ ਨੇ। ਉਹ ਨਿਤ ਸਿਮਰਨ ਕਰਦੇ ਨੇ, ਨਾਮ ਜਪਦੇ ਨੇ, ਵਾਹਿਗੁਰੂ ਵਾਹਿਗੁਰੂ